एक बाप सी, मैं तहरीर पढ़ी ਇਹਦੇ ਵਿੱਚ बड़ा सबक है। एक बाप सी, ਉਹਦੇ दो बेटे सन। ਉਹ ਦੋਵਾਂ ਬੇਟਿਆਂ ਨੂੰ ਲੈ ਕੇ ਬਾਜ਼ਾਰ ਟੁਰ ਗਿਆ। ਹੁਣ ਕੰਨਾਂ ਦੀ ਖਿੜਕੀ ਖੋਲ ਕੇ ਜ਼ਰਾ ਗੱਲ ਸੁਣਿਓ, ਇਹਦੇ ਵਿੱਚ ਬੜੇ ਸਬਕ ਜੇ ਗੱਲ 'ਚ। ਦੋਵਾਂ ਪੁੱਤਰਾਂ ਨੇ ਉਹਨੇ ਉਂਗਲੀ ਫੜੀ ਤੇ ਸੌਦਾ ਲੈਣ ਬਾਜ਼ਾਰ ਚਲਾ ਗਿਆ। ਜਦੋਂ ਬਾਜ਼ਾਰ ਗਿਆ ਉਹਨੇ 10 ਕਿਲੋ ਦਾ ਥੈਲਾ ਲਿਆ ਚੀਨੀ ਦਾ, 15 ਕਿਲੋ ਦਾ ਚਾਵਲਾਂ ਦਾ ਥੈਲਾ ਲਿਆ। ਹੁਣ ਗੱਲ ਸਮਝਿਓ, ਜਿਹੜਾ ਪੁੱਤਰ ਛੋਟਾ ਸੀ ਨਾ ਉਹਨੂੰ ਕਹਿਣ ਲੱਗਾ ਵੀ ਤੂੰ 15 ਕਿਲੋ ਵਾਲਾ ਥੈਲਾ ਚੁੱਕ ਲੈ, ਤੇ ਜਿਹੜਾ ਸੀ ਨਾ ਵੱਡਾ ਉਹਨੂੰ ਕਹਿਣ ਲੱਗਾ ਤੂੰ 10 ਕਿਲੋ ਵਾਲਾ ਚੁੱਕ ਲੈ। ਸਮਝਿਓ ਗੱਲ, ਜਿਹੜਾ ਛੋਟਾ ਸੀ ਉਹਨੂੰ 15 ਕਿਲੋ ਚੁਕਾ ਦਿੱਤਾ ਵਜ਼ਨ, ਤੇ ਜਿਹੜਾ ਵੱਡਾ ਸੀ ਉਹਨੂੰ ਕਿੰਨਾ 10 ਕਿਲੋ ਵਜ਼ਨ ਚੁਕਾ ਛੱਡਿਆ। ਹੁਣ ਉਹ ਵਿਚਾਰੇ ਮਜਬੂਰੀ ਨਾਲ ਚੁੱਕ ਕੇ ਵਿਚਾਰੇ ਘਰ ਤੇ ਆ ਗਏ। ਜਦੋਂ ਉਹ ਘਰ ਪਹੁੰਚੇ ਨਾ ਬਾਬਾ ਜੀ, ਤੇ ਜਿਹੜਾ ਛੋਟਾ ਸੀ ਨਾ ਉਹਨੇ ਵਾਲਿਦ ਸਾਹਿਬ ਦੇ ਹੱਥ ਫੜ ਕੇ ਨਾ ਚੁੰਮ ਕੇ ਉਹਨੇ ਅਰਜ਼ ਕੀਤੀ, ਬਾਬਾ ਜੀ ਮੈਨੂੰ ਅੱਜ ਗੱਲ ਸਮਝ 'ਚ ਨਹੀਂ ਆਈ। ਉਹਨੇ ਕਿਹਾ ਪੁੱਤਰ ਪੁੱਛ, ਕਿਹੜੀ ਗੱਲ ਪੁੱਛਣਾ ਚਾਹੁੰਦਾ? ਉਹਨੇ ਕਿਹਾ ਬਾਬਾ ਜੀ ਬਾਜ਼ਾਰ ਗਏ ਸਾਂ ਸੌਦਾ ਲੈਣ, ਤੇ ਮੇਰਾ ਵੱਡਾ ਭਰਾ ਸੀ ਮੇਰੇ ਤੋਂ ਵੱਡਾ ਸੀ, ਮੈਂ ਤਾਂ ਤੂੰ ਛੋਟਾ। ਗੱਲ ਸਮਝੋ, ਤੇ ਤੁਸੀਂ ਮੈਨੂੰ 15 ਕਿਲੋ ਵਜ਼ਨ ਚੁਕਾ ਛੱਡਿਆ, ਤੇ ਜਿਹੜਾ ਮੇਰੇ ਤੋਂ ਵੱਡਾ ਉਹਨੂੰ ਕਿੰਨਾ? ਉਹਨੂੰ ਥੋੜਾ। ਉਹਦੀ ਉਮਰ ਵੀ ਜ਼ਿਆਦਾ ਹੈ, ਉਹਦਾ ਜ਼ੋਰ ਵੀ ਜ਼ਿਆਦਾ ਹੈ, ਉਹਦੀ ਸੋਚ ਵੀ ਜ਼ਿਆਦਾ ਹੈ, ਤੇ ਮੇਰੀ ਉਮਰ ਵੀ ਥੋੜੀ, ਜਿਸਮ ਵੀ ਕਮਜ਼ੋਰ, ਤੇ ਵਜ਼ਨ ਵੀ ਜ਼ਿਆਦਾ। ਅੱਬਾ ਜੀ ਇਹ ਕੀ ਜ਼ੁਲਮ ਕੀਤਾ ਜੇ? ਬਾਪ ਮੁਸਕਰਾ ਕੇ ਕਹਿਣ ਲੱਗਾ, ਪੁੱਤਰ ਮੈਂ ਐਸੇ ਵਾਸਤੇ ਤੁਹਾਨੂੰ ਵਜ਼ਨ ਚੁਕਾਇਆ ਸੀ ਵੀ ਤੈਨੂੰ ਗੱਲ ਸਮਝਾਉਣ ਵਾਸਤੇ। ਉਹਨੇ ਕਿਹਾ ਅੱਬਾ ਜੀ ਸਮਝਾਓ, ਅੱਜ ਕੁਝ ਲੈ ਕੇ ਜਾਇਓ, ਜੁਮੇ ਵਿੱਚ ਕੋਈ ਗੱਲ ਚੰਗੀ ਲੱਭ ਜਾਏ। ਬਾਪ ਕਹਿਣ ਲੱਗਾ, ਪੁੱਤਰ ਤੁਸੀਂ ਹੋ ਮੇਰੇ ਪੁੱਤਰ ਤੇ ਮੈਂ ਵਾਂ ਤੁਹਾਡਾ ਬਾਪ। ਮੈਂ ਜਦੋਂ ਵਜ਼ਨ ਚੁਕਾਉਣ ਲੱਗਾ ਸਾਂ ਨਾ, ਤੇ ਮੈਂ ਤੁਹਾਡੇ ਦੋਵਾਂ ਵੱਲ ਵੇਖਿਆ ਸੀ, ਮੈਨੂੰ ਪਤਾ ਸੀ ਤੂੰ ਛੋਟਿਆਂ ਹੋ ਕੇ ਵੀ 15 ਕਿਲੋ ਚੁੱਕ ਜਾਣਾ। ਇਹ ਜੇ ਗੱਲ ਬਾਪ ਨੂੰ ਪਤਾ ਹੁੰਦਾ ਹੈ, ਮੇਰੀ ਗੱਲ ਯਾਦ ਰੱਖਿਓ। ਉਹਨੇ ਕਿਹਾ ਹਾਂ ਤੇਰੀ ਉਮਰ ਛੋਟੀ ਹੈ, ਲੇਕਿਨ ਮੈਨੂੰ ਪਤਾ ਹੈ ਕਿ ਤੇਰੇ ਅੰਦਰ ਇੰਨਾ ਜਜ਼ਬਾ ਹੈ ਵੇ, ਤੇਰੇ ਅੰਦਰ ਇੰਨੀ ਤਾਕਤ ਹੈ ਵੇ, ਉਮਰ ਥੋੜੀ ਹੈ। ਮੈਨੂੰ ਪਤਾ ਸੀ ਕਿ ਤੂੰ 15 ਕਿਲੋ ਵਜ਼ਨ ਚੁੱਕ ਜਾਣਾ, ਤੇ ਤਾਂ ਤੈਨੂੰ ਚੁਕਾਇਆ ਸੀ। ਤੇ ਤੇਰੇ ਵੱਡੇ ਭਰਾ ਨੂੰ 10 ਕਿਲੋ ਤਾਂ ਚੁਕਾਇਆ ਸੀ, ਜੇ ਉਹਨੂੰ 15 ਕਿਲੋ ਚੁਕਾਉਂਦਾ ਤੇ ਉਹਨੇ ਉੱਥੇ ਹੀ ਰੱਖ ਕੇ ਬਹਿ ਜਾਣਾ ਸੀ। ਕੋਈ ਹੁੰਦੇ ਨਾ ਬੱਚੇ ਐਸੇ ਵੀ, ਸਾਰੇ ਇੱਕ ਜੈਸੇ। ਘਰ ਵਿੱਚ ਜਾ ਕੇ ਵੇਖ ਲਿਓ, ਕਈ ਵਾਰੀ ਛੋਟਾ ਬੱਚਾ ਹੁੰਦਾ ਉਹ ਜ਼ਿਆਦਾ ਤਾਕਤ ਰੱਖਦਾ, ਉਹ ਜ਼ਿਆਦਾ ਸੋਚ ਰੱਖਦਾ। ਕੋਈ ਵਾਰੀ ਵੱਡਾ ਉਮਰ ਵਿੱਚ ਵੱਡਾ ਹੁੰਦਾ, ਦਿਮਾਗ ਵਿੱਚ ਛੋਟਾ ਹੁੰਦਾ। ਬਾਪ ਕਹਿਣ ਲੱਗਾ ਮੈਂ ਦੋਵਾਂ ਨੂੰ ਵੇਖਿਆ ਸੀ, ਜਿਹੜਾ ਵੱਡਾ ਹੈ ਨਾ ਤੇਰਾ, ਉਹ ਇੰਨਾ ਬੋਝ ਚੁੱਕ ਸਕਦਾ, ਉਹ ਇੰਨਾ ਬੋਝ ਚੁੱਕ ਸਕਦਾ। ਤੈਨੂੰ ਤਾਂ ਚੁਕਾਇਆ, ਮੈਨੂੰ ਤੇਰੇ ਤੇ ਉਮੀਦ ਸੀ, ਮੈਨੂੰ ਇੰਜ ਲੱਗਦਾ ਸੀ ਕਿ ਤੂੰ ਚੁੱਕ ਲੈਣਾ, ਤੇ ਮੇਰੀ ਉਮੀਦ ਤੇ ਤੂੰ ਪੂਰਾ ਉਤਰਿਆ, ਤੂੰ ਵਾਕਈ ਵਜ਼ਨ 15 ਕਿਲੋ ਚੁੱਕ ਲਿਆ। ਇੱਥੇ ਬੜੀ ਵੱਡੀ ਗੱਲ ਲਿਖੀ ਕਿਸੇ ਦਾਨਿਸ਼ਮੰਦ ਨੇ, ਅਕਲਮੰਦ ਨੇ। ਕਹਿਣ ਲੱਗੇ ਜੇ ਬਾਪ ਨੂੰ ਪਤਾ ਹੁੰਦਾ ਕਿ ਮੇਰਾ ਪੁੱਤਰ ਕਿੰਨਾ ਕੁ ਵਜ਼ਨ ਚੁੱਕ ਸਕਦਾ ਤੇ ਉਹਦੇ ਮੁਤਾਬਕ ਵਜ਼ਨ ਉਹਦੇ ਤੇ ਸੁੱਟਦਾ, ਤੇ ਜਿਹੜਾ ਸਾਡਾ ਅੱਲਾ ਉਹਨੂੰ ਨਹੀਂ ਪਤਾ ਬੰਦੇ ਕਿੰਨਾ ਕੁ ਚੁੱਕ ਸਕਦੇ ਨੇ। ਇਹ ਕਦੀ ਨਾ ਘਬਰਾਇਆ ਕਰਕੇ ਮੇਰੇ ਤੇ ਬੋਝ ਜ਼ਿਆਦਾ ਪੈ ਗਿਆ, ਤੇਰੇ ਤੇ ਬੋਝ ਅੱਲਾ ਨੇ ਪਾਇਆ ਹੀ ਤਾਂ ਵੇ ਕਿ ਤੂੰ ਚੁੱਕ ਸਕਣਾ। ਇਹ ਗੱਲ ਨੂੰ ਸਮਝੋ, ਤੇਰੇ ਤੇ ਬੋਝ ਅੱਲਾ ਨੇ ਤਾਂ ਪਾਇਆ, ਭਰਾ ਵੀ ਤੇਰੇ ਪਿੱਛੇ ਨੇ, ਭੈਣਾਂ ਵੀ ਤੇਰੇ ਪਿੱਛੇ ਨੇ, ਤੂੰ ਸਾਰਿਆਂ ਦਾ ਸਰਬਰਾਹ ਬਣਿਆ, ਤੇ ਤੈਨੂੰ ਐਵੇਂ ਨਹੀਂ ਬਣਾਇਆ। ਉਹਨੂੰ ਪਤਾ ਸੀ ਕਿ ਤੂੰ ਬਰਦਾਸ਼ਤ ਕਰ ਸਕਣਾ, ਉਹਨੂੰ ਪਤਾ ਸੀ ਤੂੰ ਬੋਝ ਚੁੱਕ ਸਕਣਾ, ਉਹਨੇ ਪਾਗਲ ਨੂੰ ਨਹੀਂ ਸਰਬਰਾਹ ਬਣਾ ਛੱਡਿਆ। ਇਹ ਕਈ ਐਸੇ ਵੀ ਭਰਾ ਹੁੰਦੇ ਨੇ ਜਿਹੜੇ ਕਾਟਨ ਦਾ ਸੂਟ ਪਾ ਕੇ ਐਵੇਂ ਗਲੀ 'ਚ ਪੇਪ ਹੁੰਦੇ ਨੇ, ਕੰਮ ਸ਼ਮ ਕੋਈ ਨਹੀਂ, ਮਿਹਨਤ ਮੁਹਨਤ ਕੋਈ ਨਹੀਂ, ਤੇ ਖਾਣਾ ਵੀ ਚੰਗਾ ਤੇ ਪਾਣਾ ਵੀ ਚੰਗਾ। ਪਤਾ ਅੱਲਾ ਨੂੰ ਪਤਾ ਹੈ ਫਿਰਨ ਟੁਰਨ ਵਾਲਾ, ਇਹਦੇ ਕੋਲ ਨਹੀਂ ਵਜ਼ਨ ਚੁੱਕਿਆ ਜਾਣਾ ਘਰ ਦਾ, ਇਹਦੇ ਕੋਲ ਨਹੀਂ ਵਜ਼ਨ ਚੁੱਕਿਆ ਜਾਣਾ ਭਰਾਵਾਂ ਦਾ, ਇਹਦੇ ਕੋਲ ਨਹੀਂ ਵਜ਼ਨ ਚੁੱਕਿਆ ਜਾਣਾ ਭੈਣਾਂ ਦਾ, ਰਿਸ਼ਤੇਦਾਰੀਆਂ ਦਾ। ਅੱਲਾ ਪਾਉਂਦਾ ਹੀ ਉਹਦੇ ਤੇ ਵੇ, ਭੈਣਾਂ ਵੀ ਉਹਦੇ ਘਰ ਹੁੰਦੀਆਂ ਨੇ ਜਿਹਨੂੰ ਅੱਲਾ ਵਜ਼ਨ ਚੁਕਾ ਛੱਡਦਾ, ਭਰਾ ਵੀ ਉਹਦੇ ਬੂਵੇ ਤੋਂ ਹੁੰਦੇ ਨੇ। ਅੱਜ ਕੋਈ ਬੰਦੇ ਸੋਚਦੇ ਨੇ ਯਾਰ ਇਹ ਦੂਸਰੇ ਵੀ ਤੇ ਭਰਾ ਹੈ ਨੇ, ਤੇ ਮੈਂ ਇਕੱਲਾ ਹੀ ਜੰਮਿਆ ਵਾ, ਮੈਨੂੰ ਪਿਓ ਨੇ ਜੰਮਿਆ, ਮੇਰੇ ਤੇ ਸਾਰਾ ਵਜ਼ਨ ਸੁੱਟ ਛੜਿਆ, ਮੈਨੂੰ ਪੀਸਦੇ ਪਏ ਨੇ। ਇਸ ਗੱਲ ਤੋਂ ਸਬਕ ਮਿਲ ਗਿਆ। ਅਗਰ ਬਾਪ ਨੂੰ ਪਤਾ ਹੁੰਦਾ ਮੇਰਾ ਪੁੱਤਰ ਕਿਹੜਾ ਵਜ਼ਨ ਚੁੱਕ ਸਕਦਾ, ਕਿਹੜਾ ਵਜ਼ਨ ਚੁੱਕ ਸਕਦਾ। ਅਸੀਂ ਇੱਕ ਵਾਰੀ ਉਹ ਮੈਨੂੰ ਗੱਲ ਯਾਦ ਆ ਗਈ ਇਸੇ ਗੱਲ ਤੋਂ ਕਿ ਉਹ ਲੱਕੜੀਆਂ ਕੱਟੀਆਂ ਨਾ ਵਾਲਿਦ ਸਾਹਿਬ ਨੇ, ਤੇ ਉਹ ਚੁੱਕ ਕੇ ਹੁਣ ਘਰ ਲੈ ਕੇ ਆਉਣੀਆਂ ਸਨ, ਤੇ ਉਹ ਦੂਸਰਿਆਂ ਭਰਾਵਾਂ ਨੂੰ ਚੁਕਾ ਛੜੀਆਂ, ਤੇ ਉਹ ਮੈਨੂੰ ਕਹਿਣ ਲੱਗੇ ਵੀ ਹਾਫਿਜ਼ ਤੂੰ ਇੰਝ ਹੀ ਜਾ। ਉਹ ਮੈਂ ਇੰਝ ਨਾਲ ਟੁਰਦਾ, ਮੈਂ ਆਖਿਆ ਵੀ ਮੈਨੂੰ ਉਹਨਾਂ ਕਿਹਾ ਪੁੱਤਰ ਮੈਨੂੰ ਪਤਾ ਸੀ ਤੇਰੇ ਕੋਲ ਨਹੀਂ ਚੁੱਕੀਆਂ ਜਾਣੀਆਂ, ਤੂੰ ਮੌਲਵੀ ਬੰਦਾ, ਤੂੰ ਖਾਣ ਪੀਣ ਵਾਲਾ ਬੰਦਾ, ਤੂੰ ਕਿੱਥੇ ਵਜ਼ਨ ਚੁੱਕ ਸਕਣਾ। ਤੇ ਉਹ ਗੱਲ ਵਾਕਈ ਸੱਚੀ ਹੈ, ਸਾਡੇ ਕੋਲ ਅੱਜ ਵੀ ਨਹੀਂ ਚੁੱਕਿਆ ਜਾਂਦਾ। ਤੇ ਉਹ ਜਿਹੜੇ ਭਰਾ ਚੁੱਕ ਸਕਦੇ ਸਨ ਵਾਲਿਦ ਨੇ ਉਹਨਾਂ ਨੂੰ ਚੁਕਾ ਛੱਡਿਆ।
ਉਹਨਾਂ ਨੂੰ ਪਤਾ ਸੀ ਵੀ ਇਹ ਚੁੱਕ ਸਕਦੇ ਨੇ ਤੇ ਇਹ ਹਾਫਜ਼ ਇਹ ਨਹੀਂ ਹਿਫਜ਼ ਕੀਤਾ, ਇਹ ਇਹੋ ਜਿਹੇ ਕੰਮਾਂ 'ਚ ਪਿਆ ਹੀ ਨਹੀਂ, ਇਹਨੂੰ ਪਤਾ ਹੀ ਨਹੀਂ। ਤੇ ਇਸ ਵਾਸਤੇ ਬਾਪ ਨੂੰ ਪਤਾ ਹੁੰਦਾ ਜੇ ਕਿਸੇ ਭੁਲੇਖੇ 'ਚ ਨਾ ਰਿਓ ਮੇਰਾ ਪੁੱਤਰ ਕਿੰਨੇ ਕੁ ਪਾਣੀ 'ਚ, ਤੇ ਜੇ ਅੱਬਾ ਸਮਝ ਸਕਦਾ ਤੇ ਅੱਲਾ ਨਹੀਂ ਪਤਾ। ਇਹ ਤੂੰ ਮਿਹਨਤ ਕਰਨਾ, ਤੂੰ ਮੁਸ਼ੱਕਤ ਕਰਨਾ, ਮੰਡੀਆਂ 'ਚ ਜ਼ਲੀਲ ਹੋਣਾ, ਸੜਕਾਂ 'ਤੇ ਜ਼ਲੀਲ ਹੋਣਾ, ਤੂੰ ਖੁਸ਼ ਨਸੀਬ ਹੈ। ਤੈਨੂੰ ਅੱਲਾ ਨੇ ਰਾਹਬਰ ਬਣਾਇਆ, ਤੈਨੂੰ ਅੱਲਾ ਨੇ ਸਰਬਰਾਹ ਬਣਾਇਆ, ਤੇ ਕੋਈ ਸਮਝ ਕੇ ਅੱਲਾ ਨੇ ਤੇਰੇ ਤੇ ਬੋਝ ਪਾਇਆ ਵੀ ਤੇਰੇ ਮੋਢੇ ਇੰਨੇ ਜੋਗੇ ਹੈ ਨੇ, ਤੇਰੇ ਅੰਦਰ ਇੰਨੀ ਬਰਦਾਸ਼ਤ ਹੈ ਵੇ, ਤੇ ਤਾਂ ਅੱਲਾ ਨੇ ਤੇਰੇ ਤੇ ਸੁੱਟਿਆ, ਤੇ ਅੱਲਾ ਦਾ ਸ਼ੁਕਰ ਕਰਿਆ ਕਰ। ਉਹ ਜਾਜਾ ਜੀ ਅੱਲਾ ਦਾ ਵੇਖੋ ਨਾ, ਤੂੰ ਕਮਾਨਾ, ਕੋਈ ਭਰਾ ਹੁੰਦੇ ਨੇ ਤੇ ਭਰਾਵਾਂ ਨੂੰ ਦੇਣਾ ਪਿਆ, ਤੇਰੇ ਤੇ ਬੋਝ ਪਾਇਆ ਨਾ। ਇਹ ਕਈ ਵਾਰੀ ਵੱਡਾ ਪੁੱਤਰ ਹੁੰਦਾ, ਪਿਓ ਨੂੰ ਦੁਕਾਨ ਤੇ ਨਹੀਂ ਬਿਠਾਉਂਦਾ, ਉਹ ਆਂਦਾ ਚੋਰ ਹੈ, ਉਹਨੂੰ ਪਤਾ ਹੁੰਦਾ। ਕਈ ਵਾਰ ਛੋਟਾ ਹੁੰਦਾ, ਉਹਨੂੰ ਬਿਠਾ ਕੇ ਗੱਲੇ ਤੇ ਟੁਰ ਜਾਂਦਾ, ਉਹਨੂੰ ਪਤਾ ਹੁੰਦਾ ਇਮਾਨਦਾਰ, ਇਹਨੇ ਇੰਜ ਦਾ ਕੰਮ ਨਹੀਂ ਕਰਨਾ। ਇਹ ਅੱਲਾ ਦੇ ਫੈਸਲੇ ਨੇ, ਇਹ ਅੱਲਾ ਦੀ ਵੰਡ ਹੈ। ਅੱਲਾ ਜਿਹਦੇ ਤੇ ਬੋਝ ਪਾ ਰਿਹਾ ਨਾ ਜੀ ਚਾਚਾ ਜੀ, ਆ ਗੱਲ ਆ ਬੜੀ ਵੱਡੀ ਗੱਲ ਜੇ। ਤੁਹਾਡੇ ਤੇ ਜਿੰਨਾ ਬੋਝ ਪਾਇਆ, ਤੁਸੀਂ ਜੋ ਪੇ ਕਮਾਉਂਦੇ ਹੋ, ਤੁਸੀਂ ਕਦੀ ਸ਼ਿਕਵਾ ਨਹੀਂ ਕਰਨਾ ਘਰ, ਕਦੀ ਇਹ ਨਹੀਂ ਕਹਿਣਾ ਜੀ ਮੈਂ ਹੀ ਕਰਨਾ ਸਾਰਿਆਂ ਦਾ, ਜੀ ਮੈਂ ਹੀ ਠੇਕਾ ਲਿਆ ਤੁਹਾਡੇ ਸਾਰਿਆਂ ਦਾ, ਮੈਂ ਹੀ ਭੈਣਾਂ ਦਾ ਠੇਕਾ ਲਿਆ, ਮੈਂ ਹੀ ਭਰਾਵਾਂ ਦਾ ਠੇਕਾ ਲਿਆ, ਕਦੀ ਸ਼ਿਕਵਾ ਨਹੀਂ ਕਰਨਾ। ਇਹ ਗੱਲ ਆਪਣੇ ਪੱਲੇ ਬੰਨ ਲਈ, ਸਾਰੀ ਜ਼ਿੰਦਗੀ ਤੈਨੂੰ ਸਕੂਨ ਦੇਵੇਗੀ। ਅੱਲਾ ਦੀ ਕਸਮ ਹੈ, ਗੱਲ ਨਾ ਭੁੱਲੀ ਆ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ। ਸਾਰੀ ਜ਼ਿੰਦਗੀ ਅਗਰ ਕਿਸੇ ਵੀ ਕੰਮ ਦੇ ਵਿੱਚ, ਕਿਸੇ ਵੀ ਘਰ ਦੇ ਅੰਦਰ ਤੂੰ ਸਰਬਰਾਹ ਤੇ ਉਹ ਸਮਝਣਾ ਮੇਰੇ ਤੇ ਬੋਝ ਜ਼ਿਆਦਾ ਹੈ, ਤੇ ਤੇਰੇ ਤੇ ਮਾਲਕ ਨੇ ਬੋਝ ਤਾਂ ਪਾਇਆ ਤੂੰ ਬਰਦਾਸ਼ਤ ਕਰ ਸਕਣਾ। ਤੇਰੇ ਅੰਦਰ ਇੰਨਾ ਹੌਸਲਾ ਹੈ, ਤੇਰੇ ਅੰਦਰ ਐਡਾ ਕਲੇਜਾ ਹੈ ਵੇ, ਦੂਸਰਿਆਂ ਵਿੱਚ ਕੋਈ ਨਹੀਂ। ਦੂਸਰੇ ਤੇ ਇੱਕ ਮਿੰਟ 'ਚ ਗੱਲ ਨਹੀਂ ਬਰਦਾਸ਼ਤ ਕਰਨੀ, ਤੇ ਤੂੰ ਕਰੀ ਵੀ ਜਾਣਾ ਪਿਆ, ਮਿਹਨਤ ਵੀ ਕਰੀ ਜਾਣਾ ਪਿਆ, ਭੈਣਾਂ ਨੂੰ ਵੀ ਰਾਜ਼ੀ ਪਿਆ ਕਰਨਾ, ਭਰਾਵਾਂ ਨੂੰ ਵੀ ਰਾਜ਼ੀ ਪਿਆ ਕਰਨਾ। ਆ ਬਾਬਾ ਜੀ ਗੱਲ ਸੁਣੋ, ਭੈਣਾਂ ਸ਼ਿਕਵਾ ਉੱਥੇ ਕਰਦੀਆਂ ਨੇ ਜਿਹੜਾ ਭਰਾ ਸ਼ਿਕਵਾ ਸੁਣਦਾ ਹੋਵੇ। ਆ ਮੇਰੀ ਗੱਲ ਯਾਦ ਰੱਖਿਓ, ਭਰਾ ਉੱਥੇ ਸ਼ਿਕਵਾ ਕਰਦੇ ਨੇ ਜਿਹੜਾ ਅੱਗੇ ਸੁਣਦਾ ਹੋਵੇ, ਜਿਹਨੇ ਪਤਾ ਹੋਵੇ ਇਹਨੂੰ ਅੱਗੇ ਕੁੱਤੇ ਦੀ ਤਰ੍ਹਾਂ ਪੈ ਜਾਣਾ, ਲੜਾਈ ਲੈਣੀ ਹੈ। ਉਹ ਭੈਣਾਂ ਕਦੀ ਵੀ ਨਹੀਂ ਉਹਦੇ ਅੱਗੇ ਆਉਂਦੀਆਂ, ਉਹ ਕਹਿੰਦੀ ਠੀਕ ਹੈ ਭਾਜੀ ਸਲਾਮ ਹੈ ਤੁਹਾਨੂੰ, ਭਰਾ ਵੀ ਆਂਦੇ ਠੀਕ ਹੈ ਜਨਾਬ। ਤੇ ਜਿੱਥੇ ਜਿੱਥੇ ਹੈ ਉਹ ਨਾ ਆਪਣਾ ਅੰਦਾਜ਼ਾ ਲਾਓ, ਗਿਰਬਾਨ ਵਿੱਚ ਝਾਂਕੋ ਵੀ ਮੇਰੇ ਤੇ ਕਿੰਨੀਆਂ ਜ਼ਿੰਮੇਦਾਰੀਆਂ ਨੇ, ਤੇ ਫਿਰ ਸੋਚਿਓ ਵੀ ਮੇਰੇ ਤੇ ਜਿਹੜੀਆਂ ਜ਼ਿੰਮੇਦਾਰੀਆਂ ਨੇ ਕਿੰਨੇ ਪਾਈਆਂ ਨੇ, ਬੋਲੋ ਕਿੰਨੇ ਪਾਈਆਂ ਨੇ? ਅੱਲਾ ਨੇ ਪਾਈਆਂ, ਨਿਭਾਉਂਦੇ ਜਾਓ, ਜ਼ਿੰਦਗੀ ਨੇ ਨਿਭਾਉਂਦੇ ਜਾਓ, ਮੌਤ ਦਾ ਕੋਈ ਪਤਾ ਨਹੀਂ ਕਿਸ ਟਾਈਮ ਆ ਜਾਏ। ਤੇ ਉਹ ਬਾਪ ਵੀ ਸਮਝ ਗਿਆ ਤੇ ਅੱਲਾ ਵੀ ਸਮਝਦਾ, ਤੇਰੇ ਤੇ ਤਾਂ ਤੈਨੂੰ ਸਰਬਰਾਹ ਬਣਾਇਆ ਸੂ, ਤੇਰੇ ਤੇ ਤਾਂ ਇੰਨਾ ਬੋਝ ਪਾਇਆ ਸੂ ਵੀ ਤੂੰ ਬਰਦਾਸ਼ਤ ਕਰ ਸਕਣੀ। ਆਖਰੀ ਗੱਲ ਸੁਣੋ, ਔਰ ਬੜੀ ਜ਼ਰੂਰੀ ਔਰ ਅਹਿਮ ਬਾਤ ਹੈ।